साइलेज बनाने की नई तकनीक से डेयरी और खेती धंधे में ज़बरदस्त परिवर्तन आया है। पहले साल मक्का का अचार बनाने के लिए गिने चुने प्लांट ही नजर आ रहे थे। इससे किसानों की मक्का की खरीदो फरोख्त कारोबारियों की मर्जी के अनुसार होती थी और उसका भाव भी कारोबारियों की इच्छा अनुसार ही रहता था। अब तस्वीर बदली है। खेतों में जगह जगह पर साइलेज बनाने की मशीनें चलती हुई नजर आ रही हैं जो नई तकनीक की हैं। पुरानी और महंगी मशीन में परिवर्तन किया गया है। नई मशीन का भाव घटकर चौथाई भरा गया है। इसका रख रखाव भी आसान है। पहले मक्का को ट्राली से उतार कर चैन या पटे पर डाला जाता था, फिर उसकी बारीक कटाई होती थी, फिर जेवीसी से गांठ बनाने वाली मशीन में डाला जाता था, तब 5 क्विंटल का चक्का बनकर बाहर आता था। जिला लुधियाना के कस्बा खन्ना के निकट गांव में कुछ किसान मित्रों ने आपस में मिलकर अपने खेत में ही नई मशीन को फिट किया है। इनके नाम है गुरजीत सिंह, यादविंदर सिंह और गगनदीप। बताते हैं कि नई मशीन लगभग 14 लाख रुपए मिली है। जीएसटी मिलाकर 16 लाख से ऊपर बनती है। इस मशीन की कार्यशैली भी बहुत बढ़िया है। अब तो ट्रैक्टर खेत में ही मक्का की कटाई करके गांठ बनाने वाली मशीन में डाल देता है, तब ये मशीन 1 क्विंटल बाहर की गांठ को तैयार करके अच्छी तरह पैक कर देती है। इस तरह से तैयार मक्का का अचार 20 महीने तक शुद्ध रहता है। कहते हैं कि अब ये अचार छोटे किसानों के लिए खरीदना बहुत आसान हो गया है। दूसरी ओर गड्ढा खोदकर बनाए गए अचार की शुद्धता सिर्फ 1 साल तक आंकी गई है। अगर किसान स्वयं अचार तैयार करता है तो उसे सारा खर्च एक मुश्त उठाना पड़ता है, लेकिन इस तरह से साइलेज को तैयार करने पर 100 रुपये प्रति क्विंटल का खर्च आता है। किसान मित्रों ने मक्का की खरीद का भाव 175 रुपये और अचार का भाव 5.5 रुपये के आसपास रखा है। इसकी ढोआ ढाई भी बहुत आसान है। बात करते हैं नई मशीन को चलाने वाले फोरमैन की। कहता है कि उसे भी अच्छी कमाई हो जाती है। गांव वालों के लिए भी रोजगार का अच्छा अवसर है। एक मजदूर को 400 रुपये प्रतिदिन के हिसाब से मजदूरी दे रहे हैं किसान मित्र। थोड़ी को मक्की आ रही है, कितनी की डेली आती है? ਸਾਡੇ ਕੋਲ 5 ਤੋਂ 7 ਟਰਾਲੀਆਂ ਹੁੰਦੀਆਂ ਨੇ ਡੇਲੀ ਦੀਆਂ। ਪੇਮੈਂਟ ਜਿਸ ਦਿਨ ਅਗਲੇ ਦਾ ਮੱਕੀ ਦਾ ਕੰਮ ਮੁੱਕ ਜਾਂਦਾ, ਕਿਉਂਕਿ 4-5 ਦਿਨ ਦੇ ਵਿੱਚ ਤਾਂ ਆਉਂਦੀ ਹੋਈ ਜਾਏ ਕਿ ਟਰਾਲੀ ਕਰਕੇ ਹਰ ਬੰਦੇ ਦੀ। ਉਸ ਤੋਂ ਬਾਅਦ ਜਦੋਂ ਕੰਮ ਖਤਮ ਹੋ ਜਾਂਦਾ ਉਸ ਤੋਂ 3-4 ਦਿਨ ਬਾਅਦ ਪੇਮੈਂਟ ਦਾ। ਜੇ ਕਿਸੇ ਨੂੰ ਲੋੜ ਨਗਦੀ ਹੋਵੇ ਤਾਂ ਉਹ ਵਿੱਚ 'ਚ ਹੀ ਦੇ ਦਈਦਾ। ਜੇ ਕੋਈ ਐਡਵਾਂਸਮੈਂਟ ਦੇ ਵਿੱਚ ਕੁਝ ਮੰਗਦਾ 5-10 ਹਜ਼ਾਰ ਰੁਪਏ ਤੁਹਾਨੂੰ ਚਾਹੀਦਾ ਹੁੰਦਾ, ਕਿਸੇ ਨੇ ਲੇਬਰ ਦੇਣੀ ਆ ਕੁਝ ਹੋਰ ਦੇਣਾ, ਦੇ ਦਈਦਾ। ਕਿਆ ਰੇਟ ਤੁਸੀਂ ਰੱਖਿਆ ਇਹਦਾ? ਅਸੀਂ ਇਹਦਾ 170-75 ਰੁਪਏ ਰੇਟ ਰੱਖਿਆ ਹੋਇਆ। ਕੋਈ ਪਰਮਾਨੈਂਟ ਪੱਕਾ ਰੇਟ ਨਹੀਂ? ਪੱਕਾ ਹੈ ਜੀ, ਪੱਕਾ ਹੀ ਰਿਹਾ ਇੱਕ ਤਰ੍ਹਾਂ 70-75 ਰੁਪਏ। ਜੱਟ ਖੁਸ਼ ਨੇ? ਹਾਂਜੀ ਹਾਂ, ਪੂਰੇ ਖੁਸ਼ ਨੇ। ਉਹਨਾਂ ਦਾ ਖੇਤ ਵਿਹਲੇ ਹੋ ਜਾਂਦੇ ਨੇ, ਟਾਈਮ ਨਾਲ ਜੀਰੀ ਲਾਉਣ ਤੇ ਸਟਾਰਟ ਨੇ ਉਹ। ਨੰਬਰ 2 ਦੇ ਉੱਤੇ ਜਿਵੇਂ ਹੁਣ ਗੌਰਮੈਂਟ ਨੇ 1450 ਰੁਪਏ ਰੇਟ ਰੱਖਿਆ ਹੋਇਆ ਮੱਕੀ ਦਾ ਜੀ, ਉੱਥੇ ਜਾ ਕੇ ਵਿਕਦੀ ਆ ਉਹਨਾਂ ਦੀ 1100, 1200, 1250 ਨੂੰ। ਉਹ ਅਗਲਾ ਕਹਿੰਦਾ ਫਿਰ ਉਸ ਤੋਂ ਬਿਹਤਰ ਆ ਵੀ ਨਾਲੇ ਉੱਥੇ ਜਦੋਂ ਕਿ ਮੱਕੀ ਦਾ ਸੀਜ਼ਨ ਚੱਲਦਾ ਬਾਰਿਸ਼ ਵਗੈਰਾ ਹੋਣ ਲੱਗ ਜਾਂਦੀ ਆ, ਸਾਂਭ ਸੰਭਈਆ ਬਹੁਤ ਇਹਦਾ। ਇੱਦਾਂ ਵੇਚ ਕੇ ਉਹਨਾਂ ਨੂੰ ਵੱਧ ਮੁਨਾਫਾ? ਇੱਦਾਂ ਵੇਚ ਕੇ ਜ਼ਿਆਦਾ ਮੁਨਾਫਾ ਜ਼ਿਆਦਾ ਹੁੰਦਾ, ਉੱਦਾਂ ਘੱਟ ਹੁੰਦਾ। ਹਾਂਜੀ। ਅੱਛਾ, ਇਹਦੇ ਵਿੱਚ ਜਿਹੜੀ ਛੱਲੀ ਆਉਂਦੀ ਹੈ ਕਿੰਨੀ ਕੁ ਆਉਂਦੀ ਹੈ? ਜੇ ਆਪਾਂ ਗੱਲ ਕਰੀਏ ਪਸ਼ੂਆਂ ਵਾਸਤੇ ਕਹਿੰਦੇ ਆ ਪੌਸ਼ਟਿਕ ਹੈ, ਵਧੀਆ ਚਾਰਾ, ਤਾਂ ਕਿਉਂ ਆਪਾਂ ਵਧੀਆ ਕਹਿੰਦੇ ਆ? ਉਹ ਤਾਂ ਕਰਕੇ ਕਹਿੰਦੇ ਵੀ ਜਿਹੜੀ ਸਟੇਜ ਦੇ ਵਿੱਚ ਅਸੀਂ ਲੈਂਦੇ ਹਾਂ ਮੱਕੀ, ਤਾਂ ਉਸ ਟਾਈਮ ਉਹ ਫੁੱਲ ਮਿਲਕਿੰਗ ਸਟੇਜ ਦੇ ਵਿੱਚ ਹੁੰਦੀ ਹੈ। ਉਹਦੇ ਵਿੱਚੋਂ ਦੁੱਧ ਨਿਕਲਦਾ ਪੂਰਾ, ਅਤੇ ਉਹ ਦੁੱਧ ਆ ਜਿਹੜਾ ਉਹ ਸਾਰੇ ਪੱਤਿਆਂ ਨੂੰ ਜਦੋਂ ਅਸੀਂ ਉਹਦਾ ਟੋਕਾ ਕਰਦੇ ਹਾਂ, ਉਹ ਲੱਗ ਕੇ ਉਹਦਾ ਸਾਰਾ ਸਟਾਰਚ ਆ ਜਾਂ ਪ੍ਰੋਟੀਨ ਆ ਉਹਦੇ ਵਿੱਚ ਓਬਜ਼ਰਵ ਹੋ ਜਾਂਦਾ। ਜਿਹੜੀ ਤੁਹਾਡੇ ਕੋਲ ਹੁਣ ਆ ਰਹੀ ਹੋਰੇ ਮੱਕੀ, ਤਾਂ ਇਹਦੇ ਵਿੱਚ ਆਪਾਂ ਦੇਖਣਾ ਹੈ ਦੁੱਧ ਇੱਦਾਂ ਹੁੰਦਾ? ਹਾਂਜੀ ਹਾਂਜੀ। ਇਹ ਫੁੱਲ ਮਿਲਕਿੰਗ ਸਟੇਜ ਹੈ ਜਿਹੜੀ। ਥੋੜ੍ਹਾ ਜਿਹਾ ਇਸ ਤੋਂ 5-4 ਦਿਨ ਉੱਪਰ ਵੀ ਟੱਪ ਜਾਵੇ ਤਾਂ ਫਿਰ ਇਹਦੀ ਸੈਕਿੰਡ ਜਿਹੜੀ ਮਿਲਕਿੰਗ ਸਟੇਜ ਹੈ ਜੀ, ਹਾਫ ਮਿਲਕਿੰਗ ਸਟੇਜ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਫਿਰ ਜਿਹੜਾ ਦਾਣਾ ਇਹਦੇ ਪਿਛਲੇ ਪਾਸੇ ਦੁੱਧ ਪੂਰਾ ਹੁੰਦਾ। ਦੇਖੋ। ਅੱਛਾ, ਇਹ ਪੂਰਾ ਹੁੰਦਾ? ਹਾਂਜੀ, ਦੁੱਧ ਦੇ 'ਚੋਂ ਨਿਕਲਣਾ ਚਾਹੀਦਾ, ਚਾਹੇ ਪਿੱਛੋਂ ਨਿਕਲੇ ਚਾਹੇ ਉਹ ਅੱਗਿਓਂ ਹੋਵੇ। ਅੱਛਾ, ਤੁਸੀਂ ਜਿਹੜੀ ਹੁਣ ਇਹ ਪੈਕਿੰਗ ਕਰਦੇ ਹੋ, ਕਿੰਨਾ ਵਜਨ ਹੈ ਇਹਦਾ? ਇਹਦਾ ਲਗਭਗ 1 ਕੁਇੰਟਲ ਪਲੱਸ ਆ। 1 ਕੁਇੰਟਲ 5 ਕਿਲੋ 7 ਕਿਲੋ। ਕਿਆ ਰੇਟ ਵੇਚਦੇ ਹੋ ਫਿਰ ਤੁਸੀਂ?
ਅਸੀਂ ਇਹਨੂੰ 6 ਰੁਪਏ ਕਿਲੋ ਵੇਚਦੇ ਹਾਂ। ਕੁਇੰਟਲ ਦੇ ਹੁਣ ਤੁਸੀਂ ਇਹਨੂੰ 1 ਕੁਇੰਟਲ ਮੰਨ ਕੇ ਵੇਚਦੇ ਹੋ ਜਾਂ 1 ਕੁਇੰਟਲ 5 ਕਿਲੋ? ਜਦੋਂ ਜਿਹਨੂੰ ਵੀ ਦੇਣੀ ਆ ਉਹਨੂੰ weight ਦੇ ਹਿਸਾਬ ਨਾਲ ਕਰਨੀ। ਤੇ ਹੁਣ ਤੁਸੀਂ ਇਹਦੀ ਅੱਜ ਅਸੀਂ ਇਹਦੀ ਪੈਕਿੰਗ ਕੀਤੀ ਹੈ ਇਹ 'ਚ ਮੋਇਸਚਰ ਹੈ, ਜਾਂ ਫਿਰ ਕੁਝ ਦਿਨ ਬਾਅਦ ਮੋਇਸਚਰ ਘਟ ਜਾਏਗਾ, ਕਿੰਨਾ ਘਟ ਜਾਏਗਾ? ਨਹੀਂ ਮੋਇਸਚਰ ਇਹਦੇ ਵਿੱਚ ਨਹੀਂ ਹੈਗਾ ਜੇ ਕਿਉਂਕਿ ਨਹੀਂ ਜਦ ਤੁਸੀਂ ਪੈਕਿੰਗ ਕਰਤਾ। ਹਾਂਜੀ ਉਹ 'ਚ ਇੰਨਾ ਜ਼ਿਆਦਾ ਮੋਇਸਚਰ ਨਹੀਂ ਹੁੰਦਾ ਹੈਗਾ। ਅੱਛਾ, ਉਹ ਜਿੰਨਾ ਕਿ ਇਹਦੇ ਲਈ ਚਾਹੀਦਾ ਉਨਾ ਕੀ ਹੁੰਦਾ। ਫੀਡ ਦੇ ਨਾਲੋਂ ਇਹ ਬਿਹਤਰ ਕਿਵੇਂ ਹੈ? ਐਂ ਵੀ ਇਹ ਤਾਂ ਹੁਣ ਆਪਾਂ ਨੂੰ ਪਤਾ ਵੀ ਇਹ ਨਿਰੀ ਮੱਕੀ ਦੀ ਓ ਬਣੀ ਹੋਈ ਆ। ਫੀਡ ਦੇ ਵਿੱਚ ਕਿਹੜੀ ਚੀਜ਼ ਦੀ ਕਿੰਨੀ ਕੁਆਂਟੀਟੀ ਆ ਉਹਦਾ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਵੀ ਫੀਡ ਦਾ ਕੀ ਹੁੰਦਾ ਹਾਲ। ਤੁਸੀਂ ਇਹ ਜਿਹੜਾ ਪਲਾਂਟ ਢਾਂਚਾ ਖੜਾ ਕੀਤਾ ਹੈ, ਕੋਈ ਸਰਕਾਰੀ ਮਦਦ, ਕੋਈ ਬੈਂਕ ਦਾ ਕਰਜ਼ਾ ਵਗੈਰਾ? ਨਹੀਂ ਸਰਕਾਰੀ ਮਦਦ ਤਾਂ ਕੋਈ ਨਹੀਂ ਹੈਗੀ, ਬਸ ਕੁਝ ਮੇਰੇ ਫਰੈਂਡਸ ਨੇ ਜਿਨ੍ਹਾਂ ਨੇ ਮਦਦ। ਕਿੰਨੇ ਕਿਸਾਨਾਂ ਨੇ ਮਿਲ ਕੇ ਕੀਤਾ ਕੰਮ ਇਹ 3-4 ਕਿਸਾਨਾਂ ਨੇ ਰਲ ਕੇ ਆਪਸ ਦੇ ਵਿੱਚ? ਹਾਂਜੀ ਬਰਾਬਰ ਦੀ ਹਿੱਸੇਦਾਰੀ। ਬਿਲਕੁਲ। ਯਾਦ ਹੁੰਦੇ ਤੁਸੀਂ 4 ਕਿਸਾਨ ਜੁੜੇ ਹੋ ਇਸ ਪ੍ਰੋਜੈਕਟ ਨੂੰ ਚਲਾਉਣ 'ਚ, ਠੀਕ ਹੈ? ਬੈਂਕ ਤੋਂ ਕੋਈ ਕਰਜ਼ਾ ਨਹੀਂ ਲਿਆ? ਨਹੀਂ। ਇਹ ਜਿਹੜੀ ਤੁਸੀਂ ਪੈਕਿੰਗ ਰੱਖੀ ਹੈ 1 ਕੁਇੰਟਲ ਦੀ ਕਿਉਂ ਰੱਖੀ? ਦੇਖੋ ਅਸੀਂ ਇਹ 1 ਕੁਇੰਟਲ ਦੀ ਪੈਕਿੰਗ ਇਸ ਲਈ ਰੱਖੀ ਆ ਕਿਉਂਕਿ ਜਿਹੜੇ ਹੁਣ ਤੱਕ ਯੂਨਿਟ ਚੱਲਦੇ ਨੇ ਨਾ ਉਹ 5 ਕੁਇੰਟਲ ਜਾਂ 6 ਕੁਇੰਟਲ ਦੀ ਗੱਠ ਬਣਾਉਂਦੇ ਨੇ। ਉਹਨਾਂ ਦਾ ਰੇਟ ਤਕਰੀਬਨ 600 ਰੁਪਏ ਕੁਇੰਟਲ ਆ, ਉਹ 3000 ਦੀ ਗੱਠ ਪੈਂਦੀ ਆ। ਜਿਹਨੂੰ ਕਿ ਜਿਹੜਾ ਛੋਟਾ ਕਿਸਾਨ ਆ, ਗਰੀਬ ਕਿਸਾਨ ਆ, ਜਿਹਨੇ 2-4 ਪਸ਼ੂ ਰੱਖਣੇ ਨੇ, ਉਹ ਅਫੋਰਡ ਨਹੀਂ ਕਰ ਸਕਦਾ ਕਿਉਂਕਿ 3-4 ਉਹ ਕਿਉਂਕਿ ਜਿਹੜਾ 2-4 ਪਸ਼ੂ ਵਾਲਾ ਲਊਗਾ ਤਾਂ ਉਹ ਜਦ ਖੁੱਲ੍ਹ ਜੂਗੀ ਉਹ 2-3 ਦਿਨ 'ਚ ਪਾਉਣੀ ਪਊਗੀ। ਇਸ ਕਰਕੇ ਵੀ ਅਸੀਂ ਇਹ ਉਪਰਾਲਾ ਕੀਤਾ ਵੀ ਜਿਹੜਾ ਛੋਟਾ ਕਿਸਾਨ ਵੀ ਗਰੀਬ ਕਿਸਾਨ ਆ ਜਿਹੜਾ ਉਹ ਵੀ ਇਹਨੂੰ ਲੈ ਸਕੇ, ਵੀ ਇਹਦਾ ਜਿਹੜਾ ਮੁਨਾਫਾ ਉਹ ਆਪਣਾ ਕਮਾ ਸਕੇ ਇਹ ਤੋਂ। ਇੱਕ ਗੱਲ ਦੱਸ, ਇਹਦੇ ਵਿੱਚ ਹੋਰ ਆਪਾਂ ਕੀ ਚੀਜ਼ ਮਿਲਾਉਂਦੇ ਆ ਜਦ ਆਪਾਂ ਇਹਦੀ ਪੈਕਿੰਗ ਕਰਦੇ ਹਾਂ ਤਾਂ? ਦੇਖੋ ਪੈਕਿੰਗ ਕਰਨ ਦੇ ਵਿੱਚ ਇਹਦੇ 'ਚ ਮਿਲਾਉਣ ਦੀ ਕੋਈ ਵੀ ਕੁਝ ਵੀ ਲੋੜ ਨਹੀਂ ਹੈਗੀ। ਬਸ ਇਹਨੂੰ ਇੱਕ ਆਪਾਂ ਨੇ ਮੱਕੀ ਨੂੰ ਟੋਕਾ ਕਰਕੇ ਉਹਦੀ ਪੂਰਾ 에ਅਰ ਟਾਈਟ ਕਰ ਦੇਣਾ ਉਹਨੂੰ, ਤੇ ਉਹਨੇ ਆਪਣੇ ਆਪ ਇਹ 30 ਦਿਨ ਬਾਅਦ ਉਹਨੇ ਸਾਈਲੇਜ ਨੇ ਤਿਆਰ ਹੋ ਜਾਣਾ। ਜਿਹੜਾ ਆਪਾਂ ਸਾਈਲੇਜ ਪਾਉਂਦੇ ਆ ਪਿੱਟ 'ਚ, ਹਾਂਜੀ, ਤੇ ਇਹ ਪੈਕਿੰਗ ਹੈ, ਉਹਦੀ ਲਾਈਫ 1 ਸਾਲ ਦੀ ਹੈ, ਤੇ ਇਹਦੀ ਲਾਈਫ ਕਿੰਨੀ ਹੈ? ਦੇਖੋ ਜਿਹੜੇ ਪਿੱਟ ਦੇ ਸਾਈਲੇਜ ਨਾਲੋਂ ਇਹਦੀ ਲਾਈਫ ਬਿਲਕੁਲ ਜ਼ਿਆਦਾ, ਕਿਉਂਕਿ ਪਿੱਟ ਦੇ ਵਿੱਚ ਇਹ ਆ ਵੀ ਜਿਹੜੇ ਖਰਾਬ ਹੋਣ ਦੇ ਚਾਂਸਸ, ਵੇਸਟੇਜ ਹੋਣ ਦੇ ਚਾਂਸਸ ਬਹੁਤ ਸੁੰਡੀਆਂ ਪੈ ਜਾਂਦੀਆਂ ਜ਼ਿਆਦਾ ਰਹਿੰਦੇ ਨੇ। ਕਿਉਂਕਿ ਕਈ ਵਾਰ ਜੇ ਮੀਂਹ ਆ ਗਿਆ, ਮਾੜਾ ਜਿਹਾ ਪਾਣੀ ਲੱਗ ਗਿਆ ਤਾਂ ਉੱਥੋਂ ਸਾਈਲੇਜ ਖਰਾਬ ਹੋ ਜਾਂਦਾ, ਜਾਂ ਕਦੇ ਨੰਗਾ ਰਹਿ ਗਿਆ, ਕੱਪੜਾ ਚੱਕਿਆ ਗਿਆ, ਹਵਾ ਲੱਗੀ, ਉੱਥੋਂ ਖਰਾਬ ਹੋ ਜਾਂਦਾ। ਤਾਂ ਉਹ ਵੇਸਟੇਜ ਉਹਦੀ ਜ਼ਿਆਦਾ, ਇਹਦੀ ਬਿਲਕੁਲ ਹੀ ਵੇਸਟੇਜ ਨਹੀਂ, 0% ਵੇਸਟੇਜ ਹੈ ਇਹਦੀ। ਇਹ ਜਿੰਨਾ ਮਤਲਬ ਜੇ ਆਪਣੀ ਕੋਸਟ ਪੈਂਦੀ ਵੀ ਹੈ ਇਹਨੂੰ ਰੈਪਿੰਗ ਦੀ, ਤਾਂ ਉਹੀ ਕੋਸਟ ਇਹਦੀ ਵੇਸਟ ਕੋਈ ਨਹੀਂ ਹੈਗੀ। ਅੱਛਾ, ਇਹਦੀ ਪੈਕਿੰਗ ਦੇ ਉੱਤੇ ਕਰੀਬ ਕਿੰਨਾ ਖਰਚਾ ਆ ਜਾਂਦਾ? ਤਕਰੀਬਨ ਅਸੀਂ ਅਪਰੋਕਸੀਮੇਟਲੀ ਲਾਇਆ ਵੀ ਇਹਦਾ 1 ਕੁਇੰਟਲ ਤੇ 100 ਰੁਪਏ ਦੇ ਕਰੀਬ ਇਹਦੀ ਪੈਕਿੰਗ ਦਾ ਖਰਚਾ ਹੈਗਾ। ਇਹ ਪੇਪਰ ਹੈ ਜਿਹੜਾ ਕਿੱਦਾਂ ਦਾ ਹੈ? ਨਹੀਂ ਇਹ ਫਸਟ ਪੇਪਰ ਆ, ਕੋਈ ਇਹ ਨਿਊਟਰਲਾਈਜ਼ ਕੀਤਾ ਹੋਇਆ ਪੇਪਰ ਨਹੀਂ ਹੈਗਾ, ਮਤਲਬ ਸੁਪੀਰੀਅਰ ਕੁਆਲਿਟੀ ਦਾ ਰੱਖਿਆ। ਅਸੀਂ ਲਾਇਆ ਵੀ ਸੁਪੀਰੀਅਰ ਕੁਆਲਿਟੀ ਕਿਉਂਕਿ ਇਹਨੇ ਧੁੱਪ 'ਚ ਵੀ ਪਿਆ ਰਹੇ, ਤਾਂ ਬਿਲਕੁਲ UV ਕੋਟਡ ਹੈਗਾ ਇਹ ਪੇਪਰ, ਵੀ ਧੁੱਪ 'ਚ ਖਰਾਬ ਨਹੀਂ ਹੋਊਗਾ, ਜਿਹੋ ਜਿਹਾ ਆਪਾਂ ਪੈਕ ਕਰਾਂਗੇ ਉਹੋ ਜਿਹਾ ਰਹੂਗਾ। ਅੱਛਾ, ਤੁਹਾਨੂੰ ਕਿਆ ਉਮੀਦ ਹੈ ਵੀ ਤੁਹਾਨੂੰ ਜਿਹੜੀ ਇਹ ਮੱਕੀ ਕਿੰਨੇ ਦੇਰ ਚੱਲੇਗਾ ਸੀਜ਼ਨ ਹੁਣੇ? ਸੀਜ਼ਨ ਦੇਖੋ ਜਿਹੜੀ ਹੁਣ ਮੱਕੀ ਆ ਉਹ ਤਾਂ ਜਿਹੜੀ ਆਪਣੇ ਆਲੂ ਵੱਢ ਕੇ ਕਿਸਾਨ ਮੱਕੀ ਲਾਉਂਦੇ ਨੇ ਉਹ ਚੱਲ ਰਹੀ ਆ, ਉਹ ਤਕਰੀਬਨ 1 ਮਹੀਨਾ 1.25 ਮਹੀਨਾ ਉਹ ਸੀਜ਼ਨ ਚੱਲੂਗਾ। ਉਸ ਤੋਂ ਬਾਅਦ ਵੀ ਸਾਨੂੰ ਆਸ ਆ ਵੀ ਜਿਹੜੀ ਕਣਕ ਵੱਢ ਕੇ ਜਿਹਨਾਂ ਲੋਕ ਕਿਸਾਨਾਂ ਨੇ ਮੱਕੀ ਲਾਈ ਆ ਫਿਰ ਉਹ ਵੀ ਸਾਈਲੇਜ ਲਈ ਮੱਕੀ ਬੀਜਣਗੇ। ਇਹਦੇ ਨਾਲ ਕਿਸਾਨ ਨੂੰ ਵੀ ਫਾਇਦਾ, ਕਿਸਾਨ ਨੂੰ ਘੱਟ ਟਾਈਮ ਦੇ ਵਿੱਚ ਮਤਲਬ ਵੱਧ ਫਸਲਾਂ ਲੈ ਸਕਦਾ ਕਿਸਾਨ ਮੱਕੀ ਬੀਜ ਕੇ। 3 ਫਸਲਾਂ ਵੀ ਮੱਕੀ ਦੀਆਂ ਲਗਾਤਾਰ ਸਾਲ 'ਚ ਹੋ ਸਕਦੀਆਂ। ਸਾਡੇ ਕੋਲ ਆਏ ਸੀ ਬੰਦੇ, ਉਹ ਕਹਿੰਦੇ ਵੀ ਅਸੀਂ ਐਤਕੀ ਜੀਰੀ ਨਹੀਂ ਬੀਜਾਂਗੇ, ਮੱਕੀ ਬੀਜਾਂਗੇ, ਤੁਸੀਂ ਲਾਓਗੇ? ਅਸੀਂ ਕਿਹਾ ਜ਼ਰੂਰ ਲਾਵਾਂਗੇ। ਉਹ ਕਹਿੰਦੇ ਉਸ ਤੋਂ ਬਾਅਦ ਅਸੀਂ ਆਲੂ ਲਾਵਾਂਗੇ, ਵੀ ਮਤਲਬ ਵੀ ਉਹ ਜੀਰੀ ਤੋਂ ਖਹਿੜਾ ਛੁਡਾਉਣਾ ਚਾਹੁੰਦੇ ਨੇ ਕਿਉਂਕਿ ਜੀਰੀ ਦਾ ਖਰਚਾ ਜ਼ਿਆਦਾ ਆਉਂਦਾ ਜੀ, ਜੇ ਪ੍ਰੋਫਿਟ ਜ਼ਿਆਦਾ ਤਾਂ ਖਰਚਾ ਵੀ ਜ਼ਿਆਦਾ। ਮੱਕੀ ਦੇ ਉੱਤੇ ਜੇ ਥੋੜ੍ਹਾ ਪ੍ਰੋਫਿਟ ਘੱਟ ਵੀ ਆ ਤਾਂ ਖਰਚਾ ਜ਼ਿਆਦਾ ਨਹੀਂ ਹੈਗਾ। ਉਹ ਕਹਿੰਦੇ ਵੀ ਨਾਲੇ ਸਾਨੂੰ ਵਧੀਆ ਵੀ ਅਸੀਂ ਵੱਢ ਕੇ ਜਦ ਨਾਲ ਦੀ ਨਾਲ ਖੇਤ ਪੇਲੇ ਹੋ ਜਾਣਗੇ ਅਸੀਂ ਆਲੂ ਬੀਜ ਦਾਂਗੇ। ਅੱਛਾ, ਹੁਣ ਤੁਹਾਨੂੰ ਉਮੀਦ ਹੈ ਕਿ ਸਾਰਾ ਆਪਾਂ ਨੂੰ ਮਿਲਦੀ ਰਹੂਗੀ ਇਹ? ਹਾਂਜੀ ਹਾਂ, ਸਾਨੂੰ ਪੂਰੀ ਉਮੀਦ ਹੈ ਜੀ ਵੀ ਚੱਲੂਗਾ? ਹਾਂਜੀ ਚੱਲੂਗਾ। ਜੇ ਕਿਸਾਨ ਵੀ ਮੱਕੀ ਵੱਲ ਆ ਜਾਣ ਤਾਂ ਵਧੀਆ, ਬਹੁਤ ਵਧੀਆ ਗੱਲ ਹੈ ਜੀ। ਦੁੱਧ ਦਾ ਕੰਮ ਵਧੇਗਾ ਹਾਂਜੀ ਹਾਂ। ਤੇ ਝੋਨੇ ਦਾ ਛੁਟਕਾਰਾ ਮਿਲ ਸਕਦਾ ਹੈ। ਹਾਂਜੀ ਹਾਂਜੀ, ਇਹਦੇ ਨਾਲ ਫੀਡ ਘੱਟ ਪੈਂਦੀ ਹੈ ਅੱਛਾ, ਜੀ, ਇੱਕ ਗੱਲ ਪ੍ਰੋਟੀਨ ਜ਼ਿਆਦਾ ਹੈ ਹਰ ਇਹਦੇ 'ਚ। ਬੰਦਾ ਨਵਾਂ ਪ੍ਰੋਜੈਕਟ ਲਾਉਣ ਤੋਂ ਡਰਦਾ, ਖਾਸ ਕਰਕੇ ਜੱਟ ਤਾਂ ਹਿੰਮਤ ਨਹੀਂ ਕਰਦੇ। ਹਾਂਜੀ। ਤੁਸੀਂ ਕਿਵੇਂ ਹਿੰਮਤ ਕਰ ਲਈ? ਅਸੀਂ ਵੀ 4 ਭਰਾ ਇਕੱਠੇ ਹੋ ਕੇ ਸਲਾਹ ਕਰੀ ਹੈ, ਫਿਰ ਹੱਲਾਸ਼ੇਰੀ ਹੋ ਗਈ ਸਾਰੇ ਹੋਰ ਭੈਣਾਂ ਭਰਾਵਾਂ ਦੀ, ਨਾਲ ਦੀ ਨਾਲ ਅਸੀਂ ਕਰਤਾ ਪ੍ਰੋਜੈਕਟ ਇਹ। ਜਿਵੇਂ ਵੀ ਆਪਾਂ ਦਾਣਾ ਪਾਉਣ, ਦਾਣੇ ਤੋਂ ਬਚ ਹੁੰਦੀ ਹੈ ਆਪਣੀ, ਠੀਕ ਹੈ। ਦਾਣਾ ਵੀ ਆਪਾਂ ਫੀਡ ਦੇ ਵਿੱਚ, ਇਹਦੇ ਵਿੱਚ ਸਾਰਾ ਦਾਣਾ ਮਿਕਸ ਹੈ ਵਿੱਚ, ਨਾਲ ਉਹ ਨਿਰਾ ਪਾਈਏ ਆਪਾਂ, ਤੂੜੀ ਦੀ ਬਚਤ ਹੁੰਦੀ ਹੈ। 4 ਰੁਪਏ ਕਿਲੋ, 4 ਰੁਪਏ ਕਿਲੋ ਦਾ ਤਾਂ ਅੱਜ ਕੱਲ੍ਹ 4 ਜਾਂ 5 ਰੁਪਏ ਕਿਲੋ ਤੂੜੀ ਪੈਂਦੀ ਆਪਾਂ ਨੂੰ ਲੈਂਦੇ ਹਾਂ, ਤੇ ਉਹਦੇ ਵਿੱਚੋਂ ਬਚਤ ਮਿਲਦੀ ਆਪਾਂ ਨੂੰ। ਇਹਨੂੰ 4 ਨੂੰ ਪਾਈਏ, 4 ਨੂੰ ਡੰਗਰ ਵੀ ਖੁਸ਼ ਹੋ ਕੇ ਖਾਂਦਾ, ਦੁੱਧ ਵੀ ਵਧੀਆ ਦਿੰਦਾ ਹਰ ਵਕਤ। ਵੀ ਨਾ ਤਾਂ ਇਹਦੇ ਵਿੱਚ ਪੱਠੇ ਦੀ ਲੋੜ ਆ, ਨਾ ਤੂੜੀ ਦੀ ਲੋੜ ਆ, ਦਾਣਾ ਵੀ ਅੱਧਾ ਹੋ ਜਾਂਦਾ।
ਆ ਜਿਹੜੀ ਪਸ਼ੂ ਦੀ ਸਿਹਤ ਵੀ ਵਧੀਆ ਰਹਿੰਦੀ ਆ। ਜਦੋਂ ਸਿਹਤ ਵਧੀਆ ਰਹੂਗੀ ਤਾਂ ਉਹ ਦੁੱਧ ਵੀ ਜ਼ਿਆਦਾ ਦਿੰਦਾ। ਇਸ ਕਰਕੇ ਵੀ ਇਹਦਾ ਸਾਰੇ ਚੀਜ਼ਾਂ ਲਈ ਇੱਕੋ ਹੱਲ ਆ। ਭਾਜੀ ਇਹ ਜਿਹੜਾ ਸਾਈਲੇਜ ਹੈ ਨਾ, ਇੱਕ ਤਾਂ ਇਹਦੀ ਜਿਹੜੀ ਕੋਸਟ ਹੈ, ਰੇਟ ਬਹੁਤ ਸਭ ਤੋਂ ਸਸਤਾ ਹੈਗਾ। ਜਿੱਦਾਂ ਆਪਾਂ ਜ਼ਿਮੀਂਦਾਰ ਵਿਚਾਰਾ 20 ਰੁਪਏ 22 ਰੁਪਏ 25 ਰੁਪਏ ਕਿਲੋ ਖੱਲ ਲੈ ਜਾਂਦਾ ਹੈ, ਜਾਂ 18 ਰੁਪਏ 20 ਰੁਪਏ ਕਿਲੋ ਦਾਣਾ ਲੈ ਜਾਂਦਾ ਹੈ, ਜਾਂ ਫੀਡ ਹੋ ਜਾਂਦਾ ਹੈ। ਇਹ ਉਹਦੀ 5 ਗੁਣਾ ਕੁਆਲਿਟੀ ਆਉਂਦੀ ਹੈ, 5 ਗੁਣਾ ਕੁਆਂਟੀਟੀ। ਜੇ ਮੰਨ ਲਓ ਆਪਾਂ ਨੇ 1000 ਰੁਪਏ ਦੀ ਇੱਕ ਬੋਰੀ ਲਿਜਾਣੀ ਹੈ, ਤਾਂ ਇਹ ਆਪਣਾ 1000 ਰੁਪਏ ਦਾ ਉਸ ਤੋਂ 5 ਗੁਣਾ ਮਾਲ ਜ਼ਿਆਦਾ ਆਣਾ ਹੈ। ਇਹਨੂੰ ਪਾਓ, ਆਪਣੇ ਪਸ਼ੂ ਨੂੰ ਤੰਦਰੁਸਤ ਬਣਾਓ ਤੇ ਦੁੱਧ ਵਧਾਓ। ਕਿੰਨੇ ਕੁ ਬੰਦਿਆਂ ਨੂੰ ਰੋਜ਼ਗਾਰ ਮਿਲਦਾ ਹੈ? ਇਹਨਾਂ ਨੂੰ ਜੀ ਕਿੰਨੇ ਮਰਜ਼ੀ ਲਾ ਲਓ, 15-20 ਬੰਦਿਆਂ ਨੂੰ ਰੋਜ਼ ਕਿੰਨੀ ਮਿਲਦਾ। ਦਿਹਾੜੀ ਦਿੰਦੇ ਆ? 400 ਰੁਪਇਆ 400 ਰੁਪਈਆ ਹਾਂਜੀ। ਤੁਹਾਨੂੰ? ਮੇਰਾ ਤਾਂ ਮਹੀਨੇ ਦਾ ਕੋਈ। ਅੱਛਾ, ਇਹ ਕੰਮ ਵਧੀਆ ਹੈ। ਹਾਂ, ਇਹ ਕੰਮ ਬਹੁਤ ਹੈ। ਦੇਖੋ ਕੰਮ ਲੱਗ ਗਏ ਅਸੀਂ ਮਸ਼ੀਨਾਂ ਤੋਂ ਜਾ ਕੇ ਵਿਹਲੇ ਤੇ ਹੁਣ 2 ਮਹੀਨੇ 3 ਮਹੀਨੇ ਫੇਰ ਕਰਾਂਗੇ ਕੰਮ। ਹਾਂ, ਇਹ ਚੀਜ਼ ਤੇ ਅੱਗੇ ਨੂੰ ਕੀ ਉਮੀਦ ਹੈ? ਹੁਣ ਮੇਰੇ ਹੁਣ ਤਾਂ ਇਸੇ ਨਾਲ ਆ ਜੀ, ਜੋ ਮਸ਼ੀਨ ਦਾ ਸੀਜ਼ਨ ਲਾਉਣਾ ਹੋਊ ਤਾਂ 1 ਮਹੀਨਾ ਲਾਵਾਂਗੇ ਇਹਨਾਂ ਦੇ ਨਾਲ ਆ। ਅੱਛਾ, ਪਸ਼ੂਆਂ ਵਾਸਤੇ ਵਧੀਆ? ਬਹੁਤ ਵਧੀਆ ਜੀ। ਇਹ ਤਾਂ ਪਹਿਲਾਂ ਤੋਂ ਚੱਲਦਾ, ਇਹ ਤਾਂ 4 ਸਾਲ ਹੋ ਗਏ, 5 ਸਾਲ ਲਗਾਤਾਰ ਇਹਨਾਂ ਦੇ ਨਾਲ ਹੈ।